ਜਦੋਂ ਲੀਡਰ ਨਿਕਲਦੇ ਆ ਤੇ ਨਾਲ ਬੰਦਿਆਂ ਦੀ ਮਜਬੂਰੀ ਆ, ਜਦੋਂ ਲੀਡਰ ਨਿਕਲਦੇ ਆ ਤੇ ਨਾਲ ਬੰਦਿਆਂ ਦੀ ਮਜਬੂਰੀ ਆ। ਦੇਖੋ ਖਰਚਾ ਹੈਗਾ ਇਹ 'ਚ ਕੋਈ ਸ਼ੱਕ ਨਹੀਂ। ਇੱਕ ਵਾਰ ਜਦੋਂ ਪੇਸ਼ੈਂਟ ਕੋਈ ਪ੍ਰਾਈਵੇਟ ਹਸਪੀਟਲ ਜਾਂਦਾ 9-10 ਲੱਖ ਰੁਪਈਆ ਉਹਦਾ ਖਰਚਾ, ਜਿਹੜਾ ਸਿਵਲ ਹਸਪੀਟਲ ਵੀ ਰੈਫਰ ਕਰਦਾ ਹੈ ਕਿ ਸਾਨੂੰ ਜਿਹੜੇ ਪੇਸ਼ੈਂਟ ਨੇ ਆਉਣ ਵਾਲੇ ਦਿਨਾਂ 'ਚ 2 ਮਹੀਨੇ ਬਹੁਤ ਵਧਣੇ, ਫਿਰ ਉਹਦੇ ਨਾਲ ਅਖਿਆਈ ਹੋਏਗੀ, ਫਿਰ ਔਖੇ ਹੋਵਾਂਗੇ। ਕਿਸੇ ਵੇਲੇ ਜਾਂ ਅੱਜ ਵੀ ਸਾਨੂੰ CMC ਤੇ DMC ਦਾ ਬਹੁਤ ਵੱਡਾ ਫਾਇਦਾ ਵੀ ਹੈ, ਲਾਭ ਵੀ ਹੈ, ਪਰ ਇਹਦੇ ਕਰਕੇ ਇਹ ਮੰਨਣਾ ਪਊ ਸਾਨੂੰ ਨੁਕਸਾਨ ਵੀ ਹੋ ਗਿਆ ਲੁਧਿਆਣੇ ਦਾ। लुधियाना से मेंबर पार्लियामेंट रवनीत सिंह बिट्टू द्वारा सिविल अस्पताल का दौरा किया गया। इस दौरान मेंबर पार्लियामेंट ने जायजा लेते हुए मीडिया के रूबरू होते हुए कहा कि अभी भी अस्पताल में कुछ कमियां हैं जिसको दूर करने के लिए सरकार की ओर से प्रयास किए जा रहे हैं। लिहाजा बिट्टू ने वेंटिलेटर के मुद्दे पर भी कहा कि डॉक्टर न होने की वजह से वेंटिलेटर को CMC अस्पताल में शिफ्ट किया गया है। लगातार अब कोरोना के केस बढ़ते चले जा रहे हैं। इसके अलावा बिट्टू जी ने कहा कि लगातार कोरोना वायरस के केस बढ़ते चले जा रहे हैं, जिसके बारे में समय समय पर सरकार द्वारा लोगों को अवगत कराया जा रहा है। उन्होंने कहा कि अस्पताल में भी कई ऐसे मामले सामने आए हैं, लेकिन इसके लिए भी डॉक्टर्स हर संभव प्रयास कर रहे हैं। इसके अलावा उन्होंने कहा कि सिविल अस्पताल के अलावा शहर में बड़े अस्पतालों को भी इस महामारी से लड़ने के लिए सख्त निर्देश दिए गए हैं। ਤੇ ਮੈਂ ਅੱਜ ਖਾਸ ਤੌਰ ਤੇ ਸੰਡੇ ਨੂੰ ਆਇਆ ਸੀ ਤੇ ਕਿਸੇ ਨੂੰ ਬਗੈਰ ਦੱਸੇ ਤੇ ਆਇਆ ਸੀ, ਚਾਹੇ SMO ਸਾਹਿਬ CMO ਸਾਹਿਬ। ਮੇਰਾ ਮਤਲਬ ਇਹ ਨਹੀਂ ਸੀ ਕੋਈ ਦੇਖਣਾ ਸੀ ਵੀ ਕੀ ਛੁੱਟੀ ਵਾਲੇ ਦਿਨ ਵੀ, ਕਿਉਂਕਿ ਕੋਵਿਡ ਤਾਂ ਪੁੱਛ ਕੇ ਨਹੀਂ ਆਉਣਾ ਕਿਸੇ ਨੂੰ, ਮਰੀਜ਼ ਨੂੰ ਬਿਮਾਰੀ ਤਾਂ ਪੁੱਛ ਕੇ ਨਹੀਂ ਹੋਣੀ ਵੀ ਅੱਜ ਛੁੱਟੀ ਆ ਜਾਂ, ਤੇ ਕੀ ਉਰੇ ਹਾਲਾਤ ਨੇ, ਕਿਉਂਕਿ ਹੌਟ ਸਪੌਟ ਆ ਜਿਹੜਾ ਸਾਡਾ ਉਹ ਇਸ ਵੇਲੇ ਲੁਧਿਆਣਾ ਬਣਿਆ ਹੋਇਆ। ਉਹਦੇ ਕਾਰਨ ਨੇ ਕਿਉਂਕਿ ਸਭ ਤੋਂ ਵੱਡਾ ਡਿਸਟ੍ਰਿਕਟ ਆ, ਸਭ ਤੋਂ ਵੱਧ ਉਰੇ ਜਨਸੰਖਿਆ ਹੈ, ਤੇ ਉਹਦੇ ਕਰਕੇ ਇਹ ਵਧਣਾ ਹੀ ਸੀਗਾ ਕੰਟਰੋਲ। ਬਹੁਤ ਕੋਸ਼ਿਸ਼ਾਂ ਪਹਿਲਾਂ ਕੀਤੀਆਂ ਗਈਆਂ, ਪਰ ਜਿਸ ਤਰੀਕੇ ਨਾਲ ਦੁਨੀਆ 'ਚ ਇਹ ਚੱਲ ਰਿਹਾ ਹੈ ਉਸੇ ਤਰੀਕੇ ਨਾਲ ਆਪਣੇ ਲੁਧਿਆਣੇ 'ਚ ਇੱਥੇ ਅੱਜ ਮੈਂ ਜੇ ਗੱਲ ਕਰਾਂ ਤਕਰੀਬਨ 70 ਪੇਸ਼ੈਂਟ ਨੇ ਜਿਹੜੇ ਉਹ ਇਸ ਵੇਲੇ ਸਿਵਲ ਹਸਪੀਟਲ ਆਪਣੇ ਇੱਥੇ ਦਾਖਲ ਨੇ, ਜਿਹੜੇ ਕਿ ਪੋਜ਼ੀਟਿਵ ਨੇ। ਉਹਦੇ ਵਿੱਚੋਂ ਜਿਹੜੇ 9 ਪੇਸ਼ੈਂਟ ਨੇ ਉਹਨਾਂ ਦੀ ਰਿਪੋਰਟ ਅਵੇਟਡ ਆ, ਰਿਪੋਰਟ ਆਉਣੀ ਰਹਿੰਦੀ ਆ ਵੀ ਉਹ ਪੋਜ਼ੀਟਿਵ ਜਾਂ ਨੈਗੇਟਿਵ ਨੇ, ਪਰ ਸਿੰਪਟਮਸ ਨੇ ਉਹਨਾਂ ਦੇ ਜਿਹੜੇ ਉਹ ਕਿਤੇ ਨਾ ਕਿਤੇ ਪੋਜ਼ੀਟਿਵ ਵਾਲੇ ਨੇ। ਇਸ ਕਰਕੇ 70 ਪੇਸ਼ੈਂਟ ਉਰੇ ਹੋ ਗਏ, ਤੇ ਉਹਦੇ ਵਿੱਚੋਂ 2 ਜਗ੍ਹਾ ਆਪਣੇ ਤਕਰੀਬਨ ਪੇਸ਼ੈਂਟ ਜਿਹੜੇ ਨੇ ਉਹ ਵਰਧਮਾਨ ਦੇ ਵਿੱਚ ਨੇ, ਤੇ ਜਿਹੜਾ ਆਪਣਾ ਸਕੂਲ ਆ ਉੱਥੇ ਨੇ। ਟੋਟਲ ਪੇਸ਼ੈਂਟ 206 ਨੇ। ਉਹ ਦੋਨੋਂ ਜਗ੍ਹਾ 'ਤੇ ਜਿਹੜੇ ਜਿਨ੍ਹਾਂ ਦੇ ਮਾਈਲਡ ਸਿੰਪਟਮਸ ਨੇ ਉਹ ਨੇ, ਤੇ ਬਾਕੀ ਹੁਣ ਫੈਸਲਾ ਸਰਕਾਰ ਨੇ ਜਿਹੜਾ ਕੀਤਾ ਉਹਦਾ ਲਾਭ ਵੀ ਹੋ ਰਿਹਾ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਨੰਬਰ ਨੇ ਉਹ 'ਚ ਕੋਈ ਵੀ ਸਿੰਪਟਮਸ ਜ਼ਿਆਦਾ ਨਹੀਂ ਆ ਰਹੇ, ਅਸਿੰਪਟੋਮੈਟਿਕ ਨੇ, ਤੇ ਉਹਨਾਂ ਨੂੰ ਤਕਰੀਬਨ 10-11 ਪੇਸ਼ੈਂਟ ਤਕਰੀਬਨ ਰੋਜ਼ ਨੇ। ਉਹਨਾਂ ਨੂੰ ਹੈਲਥ ਮਹਿਕਮੇ ਦੀਆਂ ਟੀਮਾਂ, ਚਾਹੇ ਉਹ ਡਿਊਟੀ ਐਗਰੀਕਲਚਰ ਮਹਿਕਮੇ ਦੀ ਲੱਗੀ ਆ, ਟੀਚਰਸ ਦੀ ਲੱਗੀ ਆ, ਅਲੱਗ-ਅਲੱਗ ਜਿਹੜੇ ਆ ਉਹ ਵੈਰੀਫਿਕੇਸ਼ਨ ਕਰਦੇ ਆ ਵੀ ਜਿਹਨੂੰ ਪੋਜ਼ੀਟਿਵ ਆਇਆ, ਸਿੰਪਟਮਸ ਨਹੀਂ ਨੇ, ਉਹ ਆਪਣੇ ਘਰ ਦੇ ਵਿੱਚ ਕੀ ਉਹਦਾ ਘਰ ਵਾਤਾਵਰਨ ਠੀਕ ਆ, ਇਨਵਾਇਰਮੈਂਟ ਠੀਕ ਆ, ਉਨੀ ਜਗ੍ਹਾ ਹੈਗੀ ਆ, ਰਹਿ ਸਕਦਾ, ਉਹ ਜਦੋਂ ਕਲੀਅਰੈਂਸ ਮਿਲ ਕੇ ਫਿਰ ਉਹ ਪੇਸ਼ੈਂਟਸ ਨੂੰ ਉਹਨਾਂ ਦੇ ਘਰੇ ਭੇਜਦਾ ਇਹਦਾ। ਜਿਵੇਂ ਇੱਕ ਗੱਲ ਵੱਡੀ ਜਿਹੜਾ ਫਿਕਰ ਦੀ ਮੈਨੂੰ ਇਹ ਸੀ ਵੀ ਅੱਗੇ ਬਹੁਤ ਵੱਡਾ ਜਿਹੜਾ ਬਰਸਾਤ ਆ, ਉਹ ਵੱਡੇ ਸ਼ਹਿਰ ਦੇ ਕਰਕੇ ਬਹੁਤ ਡਰ ਹਮੇਸ਼ਾ ਜਿਹੜਾ ਉਹ ਅਲੱਗ-ਅਲੱਗ ਬਿਮਾਰੀਆਂ ਦਾ ਉਰੇ ਹੁੰਦਾ ਏ, ਤੇ ਉਹ ਤਿਆਰੀ ਕਾਰਪੋਰੇਸ਼ਨ ਅਲੱਗ ਕਰ ਰਹੀ ਆ ਬਿਲਕੁਲ। ਉਰੇ ਕੀ ਉਹਨਾਂ ਦੇ ਬੈੱਡ ਹੈਗੇ ਆ, ਜਿਹੜਾ ਵਾਇਰਸ ਹੁੰਦਾ ਉਹਨੂੰ ਕੀ ਕਹਿੰਦੇ ਆ, ਡੇਂਗੂ ਆ, ਚਾਹੇ ਅਲੱਗ-ਅਲੱਗ ਤਰ੍ਹਾਂ ਦੇ ਹੋਰ ਜਿਹੜੇ ਨੇ ਵਾਇਰਸ ਹੁੰਦੇ ਆ ਬਰਸਾਤਾਂ ਕਾਰਨ, ਉਹਦੇ ਲਈ ਅਲੱਗ ਤਿਆਰੀ ਕੀਤੀ ਆ, ਕਿਉਂਕਿ ਇਹ ਨਾ ਹੋਵੇ ਵੀ ਜਦੋਂ ਉਹ ਪੇਸ਼ੈਂਟ ਆਉਣ ਤੇ ਆਪਸ ਵਿੱਚ ਇੱਕੋ ਜਗ੍ਹਾ 'ਤੇ ਹੋਣ ਤੇ ਇੱਕ ਦੂਜੇ ਨੂੰ ਬਿਮਾਰੀਆਂ ਲੱਗ ਜਾਣ। ਤੇ ਡੇਂਗੂ ਦੀ ਅਲੱਗ ਜਿਹੜੀ ਆ ਪ੍ਰੈਪਰੇਸ਼ਨ ਆ, ਬੈੱਡ ਨੇ, ਤੇ ਕੋਵਿਡ ਦੇ ਅਲੱਗ ਨੇ। ਚਲੋ ਇੱਕ ਗੱਲ ਤਾਂ ਇਹ ਹੋ ਗਈ। ਦੂਜੀ ਗੱਲ ਮੇਰੀ ਰਿਕੁਐਸਟ, ਤੁਸੀਂ ਬੇਸ਼ੱਕ ਮੈਨੂੰ ਪਤਾ ਵੀ DMC CMC ਕਈ ਇਹੋ ਜਿਹੀਆਂ ਗੱਲਾਂ ਹੋਈਆਂ ਜਿਹਦੇ ਕਰਕੇ ਮੀਡੀਆ ਰਾਹੀਂ ਇਹ ਗੱਲਾਂ ਸਾਹਮਣੇ ਆਈਆਂ ਵੀ ਉੱਥੇ ਬੈੱਡ ਨਹੀਂ ਮਿਲਿਆ, ਡੈਥ ਹੋਈ ਜਦ ਤਾਈਂ ਸਿਵਲ ਹਸਪੀਟਲ ਆਏ। ਤੁਸੀਂ ਕੋਸ਼ਿਸ਼ ਕਰੋ ਪਹਿਲਾਂ ਹੀ ਸਿਵਲ ਹਸਪੀਟਲ ਆਓ। ਸਿਵਲ ਹਸਪੀਟਲ ਜੇ ਪੋਜੀਸ਼ਨ ਤੁਹਾਡੀ ਖਰਾਬ ਹੋਏਗੀ ਫਿਰ ਤੁਹਾਨੂੰ ਆਪਣੇ ਆਪ ਰੈਫਰ ਆ ਜਿਹੜਾ ਉਹ
ਡੀਐਮਸੀ ਜਾਂ ਸੀਐਮਸੀ ਕਰ ਦਿੱਤਾ ਜਾਏਗਾ। ਇੱਕ ਲੋਕਾਂ ਦਾ ਆਰੋਪ ਹੈ ਕਿ ਇੱਥੇ ਸੁਵਿਧਾ ਨਹੀਂ ਮਿਲ ਪਾ ਰਹੀ, ਉਸਦੇ ਲਈ ਤੁਹਾਡੇ ਵੱਲੋਂ ਕਿਹੋ ਜਿਹੇ ਇਜਾਜ਼ਤ ਹੈ ਜਾਂ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਕਿ ਲੋਕਾਂ ਨੂੰ ਪ੍ਰੋਪਰ ਸੁਵਿਧਾ ਮਿਲ ਸਕੇ? ਦੇਖੋ, ਹੈਲਪਲਾਈਨ ਨੰਬਰ ਤਾਂ ਸਟੇਟ ਦੇ ਅਲੱਗ ਨੇ, ਡਿਸਟ੍ਰਿਕਾਂ ਦੇ ਅਲੱਗ ਨੇ, ਹਰ ਵੇਲੇ ਡਿਪਟੀ ਕਮਿਸ਼ਨਰ ਜਿਹੜੇ ਆ ਨੰਬਰ ਉਹ ਅਲੱਗ ਦਿੱਤੇ ਹੋਏ ਨੇ। ਇਹ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਆ। ਉਹ 'ਚ ਜੇ ਕੋਈ ਕਮੀ ਆ ਅਸੀਂ ਹੋਰ ਉਸ ਤਰੀਕੇ ਨੂੰ ਉਹਨੂੰ, ਕਿਉਂਕਿ ਐਡਵਰਟਾਈਜ਼ਮੈਂਟ ਸਾਰੇ ਬੋਰਡ ਵੀ ਲਾ ਦਾਂਗੇ ਉਹ ਨੰਬਰਸ ਦੇ ਵੀ ਜੇ ਸੰਪਰਕ ਕਿਤੇ ਕਰਨਾ ਹੋਵੇ ਗੱਲ ਠੀਕ ਆ। ਜੇ ਮਾਸਕ ਦੀ, ਸੈਨੀਟਾਈਜ਼ਰ ਦੀ ਅਸੀਂ ਗੱਲ ਕੀਤੀ ਆ, ਉਹ ਨੰਬਰ ਵੀ ਜਿਹੜੇ ਇਹ ਬਹੁਤ ਵੱਡਾ ਤੁਹਾਡਾ ਸੁਝਾਅ ਹੈ, ਉਹਦੇ ਨੰਬਰ ਵੀ ਅਸੀਂ ਨਸ਼ਰ ਕਰਾਂਗੇ ਵੀ ਜਿੱਥੇ ਜਿੱਥੇ ਜੇ ਲੋੜ ਪੈਂਦੀ ਆ ਗੱਲਾਂ ਉਹ ਕਰਨ। ਰੇਡੀਓ ਰਾਹੀਂ ਅਸੀਂ ਮੈਸੇਜਿੰਗ ਜ਼ਰੂਰ ਕਰਵਾ ਦਾਂਗੇ ਤੇ ਹੋਰ ਵੱਧ ਤੋਂ ਵੱਧ। ਤੇ ਇੱਕ ਗੱਲ ਜਿਹੜੀ ਮੈਂ ਤੁਹਾਡੇ ਰਾਹੀਂ ਸਾਡੇ ਸੀਐਮ ਸਾਹਿਬ ਤੱਕ ਜਿਹੜੇ ਮੈਂ ਉਹਨਾਂ ਨਾਲ ਆਪ ਇਹੀ ਗੱਲਾਂ ਆ ਕੇ ਪਤਾ ਲੱਗਦੀਆਂ ਜਦੋਂ ਗਰਾਊਂਡ 'ਤੇ ਆਓ। ਪਹਿਲਾਂ ਵੀ ਬਹੁਤ ਕੁਝ ਹੋਇਆ ਇਹ ਸੁਧਾਰ, ਜਦੋਂ ਪਹਿਲਾਂ ਹੋਇਆ ਮੈਂ ਹਰ ਜਗ੍ਹਾ, ਉਦੋਂ ਬਾਅਦ ਮੇਰਾ ਬਹੁਤ ਵੱਡਾ ਫ੍ਰੈਕਚਰ ਆ ਜਿਹੜਾ ਉਹ ਨੀਚ ਹੋ ਗਿਆ। ਮੈਂ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਕਈ ਵਾਰ ਇਹ ਤਾਂ ਨਿੱਜੀ ਆਪਦੀ ਗੱਲ ਆ। ਤੁਹਾਨੂੰ ਪਤਾ ਲੈਵਲ 1, ਲੈਵਲ 2, ਲੈਵਲ 3 ਤਿੰਨ ਜਿਹੜੇ ਨੇ ਲੈਵਲ ਸਰਕਾਰ ਨੇ ਹਰ ਜਗ੍ਹਾ ਬਣਾਏ ਨੇ। ਸਾਡਾ ਇੱਕ ਸ਼ਹਿਰ ਬਹੁਤ ਵੱਡਾ ਹੈ ਅਤੇ ਇਹ ਸਿਵਲ ਹਸਪੀਟਲ ਆਪਣਾ ਲੈਵਲ 2 ਆ। ਅਤੇ ਜਦੋਂ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਵੈਂਟੀਲੇਟਰ ਦੀ, ਅੱਜ ਤੁਸੀਂ ਆਪਾਂ ਦੇਖੀਏ ਆਕਸੀਜਨ ਸਿਲੰਡਰ ਦੀ ਕੋਈ ਕਮੀ ਨਹੀਂ। 240-50 ਸਿਲੰਡਰ ਨੇ ਜਿਹੜੇ ਬੈੱਡ ਦੇ ਨਾਲ ਜਿਹੜਾ ਲੱਗਦਾ ਹੈ, ਜਾਂ ਪਾਈਪ ਰਾਹੀਂ ਜਿਹੜੇ ਜਾਂਦੇ ਆ ਉਹ ਵੱਡੇ ਨਵੇਂ ਅੱਜ 100 ਸਿਲੰਡਰ ਆ ਗਏ। ਜਿੱਥੇ ਤੱਕ ਆਕਸੀਜਨ ਤੱਕ ਆ ਉੱਥੇ ਤੱਕ ਅਸੀਂ ਲੁਧਿਆਣੇ ਰੱਖ ਸਕਦੇ ਹਾਂ। ਜਦੋਂ ਲੈਵਲ 3 ਹੋ ਜਾਂਦਾ ਫਿਰ ਸਾਨੂੰ ਰੈਫਰ ਆ ਜਿਹੜਾ ਉਹ ਕਰਨਾ ਪੈਂਦਾ ਪਟਿਆਲੇ। ਹੁਣ ਜਿਵੇਂ ਤੁਸੀਂ ਕਹਿੰਦੇ ਹੋ ਡੀਐਮਸੀ ਸੀਐਮਸੀ ਬੈਡਸ ਦੀ ਪ੍ਰੋਬਲਮ ਆ ਜਾਂਦੀ ਆ ਜਾਂ ਖਰਚੇ ਦੀ ਪ੍ਰੋਬਲਮ ਆ ਜਾਂਦੀ ਹੈ। ਜਿਹੜਾ ਉਰਿਓਂ ਭੇਜਿਆ ਜਾਊਗਾ ਤਕਰੀਬਨ ਦੇਖੋ ਖਰਚਾ ਹੈਗਾ ਏ, ਇਹ 'ਚ ਕੋਈ ਸ਼ੱਕ ਨਹੀਂ। ਇੱਕ ਵਾਰ ਜਦੋਂ ਪੇਸ਼ੈਂਟ ਕੋਈ ਪ੍ਰਾਈਵੇਟ ਹਸਪੀਟਲ ਜਾਂਦਾ 9-10 ਲੱਖ ਰੁਪਈਆ ਉਹਦਾ ਖਰਚਾ, ਜਿਹੜਾ ਸਿਵਲ ਹਸਪੀਟਲ ਵੀ ਰੈਫਰ ਕਰਦਾ ਏ ਸੀਐਮਸੀ ਜਾਂ ਡੀਐਮਸੀ, ਉੱਥੇ ਸਰਕਾਰ ਨੂੰ ਤਕਰੀਬਨ 9 ਲੱਖ ਰੁਪਈਆ ਜਿਹੜਾ ਏ ਉਹਦਾ ਜਮ੍ਹਾਂ ਕਰਵਾਉਣਾ ਪੈਂਦਾ ਜਦੋਂ ਉਹ ਰੈਫਰ ਉਰਿਓਂ ਹੋ ਕੇ ਜਾਊਗਾ। ਕੋਈ ਵੀ ਜਿਹੜਾ ਮਰੀਜ਼ ਆ ਉਦੋਂ ਵੱਧ ਵੀ ਉਹਦਾ ਬਿੱਲ ਬਣ ਸਕਦਾ ਹੈ। ਤਾਂ ਹੀ ਮੈਂ ਕਹਿ ਰਿਹਾ। ਦੂਜੀ ਗੱਲ, ਇੱਕ ਜਦੋਂ ਲੈਵਲ 3 ਸਾਡਾ ਇਹ ਅਗਲੀ ਰਿਕੁਐਸਟ ਆ ਮੇਰੀ, ਮੈਂ ਇਹ ਚੀਫ ਸੈਕਟਰੀ ਸਾਹਿਬ ਅਤੇ ਸੀਐਮ ਸਾਹਿਬ ਨੂੰ ਇਹਦੇ ਨਾਲ ਗੱਲ ਵੀ ਕਰੂੰਗਾ, ਅਤੇ ਵੀ ਲੈਵਲ 3 ਹਸਪੀਟਲ ਆ ਜਿਹੜਾ ਉਹ ਗੌਰਮੈਂਟ ਆ, ਡੀਸੀ ਸਾਹਿਬ ਨਾਲ ਗੱਲ ਕਰਕੇ ਲੈਵਲ 3 ਹਸਪੀਟਲ ਆ, ਚਾਹੇ ਉਹ ਕਿਵੇਂ ਵੀ ਸੀਐਮਸੀ 'ਚ ਬਣਾਇਆ ਜਾਏ ਚਾਹੇ ਡੀਐਮਸੀ 'ਚ ਬਣਾਇਆ ਜਾਏ, ਗੌਰਮੈਂਟ ਬਣਾਏ ਕਿ ਸਾਨੂੰ ਜਿਹੜੇ ਪੇਸ਼ੈਂਟ ਨੇ ਆਉਣ ਵਾਲੇ ਦਿਨਾਂ 'ਚ 2 ਮਹੀਨੇ ਬਹੁਤ ਵਧਣੇ ਆ, ਫਿਰ ਉਹਦੇ ਨਾਲ ਅਖਿਆਈ ਹੋਏਗੀ, ਫਿਰ ਔਖੇ ਹੋਵਾਂਗੇ, ਫਿਰ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਸਾਡੇ ਮੂਹਰੇ ਆਉਣਗੀਆਂ, ਗੱਲਾਂ ਉੱਠਣਗੀਆਂ। ਉਦੋਂ ਪਹਿਲਾਂ ਹੀ ਜਿਹੜਾ ਹੈ, ਕਿਉਂਕਿ ਜਦੋਂ ਪੇਸ਼ੈਂਟ ਸੀਰੀਅਸ ਹੋ ਜਾਂਦਾ ਹੈ, ਇੱਥੇ ਸਾਡੇ ਕੋਲ ਸੀਐਮਸੀ ਕਿਉਂਕਿ ਲੈਵਲ 2 ਹਸਪੀਟਲ ਆ, ਜਦੋਂ ਉਹਨੇ ਵੈਂਟੀਲੇਟਰ 'ਤੇ ਜਾਣਾ ਸਾਨੂੰ ਡੀਐਮਸੀ ਸੀਐਮਸੀ ਭੇਜਣਾ, ਉੱਥੇ ਜੇ ਅਗਲੇ ਨਹੀਂ ਲੈਂਦੇ ਫਿਰ ਸਾਨੂੰ ਪਟਿਆਲੇ ਭੇਜਣਾ ਪੈਂਦਾ। ਪਟਿਆਲੇ ਕੀ ਉਹ ਪੇਸ਼ੈਂਟ ਕੋਲ ਉਨਾ ਟਾਈਮ ਹੈਗਾ ਹੈ ਵੀ ਉਹ 2 ਘੰਟੇ ਇੱਥੋਂ ਜਾਵੇ ਅਤੇ ਫਿਰ ਐਡਮਿਟ ਹੋਣ 'ਚ ਟਾਈਮ ਲੱਗ ਜਾਂਦਾ। ਕਿਉਂਕਿ ਇੱਕ ਗੱਲ ਨੂੰ ਸਮਝੋ, ਮੈਂ ਕਿਸੇ 'ਤੇ ਆਰੋਪ ਨਹੀਂ ਲਾਉਂਦਾ, ਇਹ ਬਿਮਾਰੀ ਐਸੀ ਹੈ ਜਦੋਂ ਹੋ ਜਾਂਦੀ ਹੈ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਪਰਿਵਾਰ ਨੂੰ, ਘਰਦਿਆਂ ਦਾ ਜਾਂ ਸਭ ਦਾ ਇਹ ਹੁੰਦਾ ਵੀ ਇੱਕ ਵਾਰ ਕਿਵੇਂ ਨਾ ਕਿਵੇਂ ਅੱਗੇ ਨਾ ਹੋ ਜੇ ਕਿਸੇ ਨੂੰ, ਇਹਨੂੰ ਹਸਪੀਟਲ 'ਚ ਪੇਸ਼ੈਂਟ ਨੂੰ ਛੱਡੀਏ। ਸਰ ਇਸ ਤੋਂ ਇਲਾਵਾ ਇੱਕ ਸਵਾਲ ਹੈਗਾ, ਇੰਡਸਟਰੀਅਲ ਸ਼ਹਿਰ ਆ, 18-20 ਲੱਖ ਦੀ ਆਬਾਦੀ ਆ ਜਿਹੜੀ, ਔਰ ਲੱਗਦਾ ਨਹੀਂ ਤੁਹਾਨੂੰ ਕਿ ਪਟਿਆਲੇ ਰੈਫਰ ਜਿਸ ਤਰੀਕੇ ਨਾਲ ਬਿਲਕੁਲ ਤੁਸੀਂ ਠੀਕ ਕਿਹਾ ਕਰਨਾ ਪੈਂਦਾ, ਅਤੇ ਇਹਦੇ ਲਈ ਕੁਛ ਨਾ ਕੁਛ ਸਰਕਾਰ ਨੂੰ, ਜਾਂ ਤੁਸੀਂ ਕਿਹਾ ਸੀਗਾ ਕਿ ਪਹਿਲ ਦੇ ਆਧਾਰ 'ਤੇ ਲੁਧਿਆਣਾ ਦਾ ਸਿਵਲ ਹਸਪਤਾਲ ਜਦੋਂ ਇਲੈਕਸ਼ਨ ਸੀ ਤੁਸੀਂ ਕਿਹਾ ਸੀ ਕਿ ਵੀ ਨੁਹਾਰ ਜਿਹੜੀ ਬਦਲ ਦੇਵਾਂਗੇ। ਦੇਖੋ ਇੱਕ ਗੱਲ ਤੁਹਾਡੇ ਨਾਲ ਮੈਂ ਸੱਚਾਈ ਜਿਹੜੀ ਉਹ ਕਰਨੀ, ਕਿਸੇ ਵੇਲੇ ਜਾਂ ਅੱਜ ਵੀ ਸਾਨੂੰ ਸੀਐਮਸੀ ਅਤੇ ਡੀਐਮਸੀ ਦਾ ਬਹੁਤ ਵੱਡਾ ਫਾਇਦਾ ਵੀ ਆ, ਲਾਭ ਵੀ ਆ, ਪਰ ਇਹਦੇ ਕਰਕੇ ਇਹ ਮੰਨਣਾ ਪਊ ਸਾਨੂੰ ਨੁਕਸਾਨ ਵੀ ਹੋ ਗਿਆ ਲੁਧਿਆਣੇ ਦਾ। ਕਿਉਂਕਿ ਅਗਲਾ ਹਰ ਸਰਕਾਰਾਂ ਇਹ ਦੇਖਦੀਆਂ ਵੀ ਜਿਹੜਾ ਮੈਡੀਕਲ ਕਾਲਜ ਆ ਉੱਥੇ ਹੀ ਤਕਰੀਬਨ ਟਾਇਰ 3 ਜਿਹੜੇ ਉਹ ਲੈਵਲ 3 ਆ ਜਿਹੜਾ ਉਹ ਬਣਾਇਆ ਗਿਆ ਜਿੱਥੇ ਮੈਡੀਕਲ ਕਾਲਜ ਆ, ਅਤੇ ਮੈਡੀਕਲ ਕਾਲਜ ਆ ਜਿਹੜਾ ਉਹ ਠੀਕ ਆ ਆਪਣੇ ਡੀਐਮਸੀ 'ਚ ਹੈਗਾ ਏ ਜਾਂ ਸੀਐਮਸੀ 'ਚ ਹੈਗਾ ਏ, ਪਰ ਸਰਕਾਰੀ ਜਿਹੜੇ ਮੈਡੀਕਲ ਕਾਲਜ ਨੇ ਉਹ ਜਿਵੇਂ ਜਾਂ ਵੱਡੇ ਨੇ ਉਹ ਪਟਿਆਲਾ ਏ, ਫਰੀਦਕੋਟ ਆ, ਉਹਨਾਂ ਨੂੰ ਏਮਸ ਜਾਂ ਪੀਜੀਆਈ ਜਾਂ ਹੋਰ ਇਹੋ ਜਿਹੇ ਵੱਡੇ ਹਸਪੀਟਲ ਨੇ ਉਹ ਡਿਸਟ੍ਰਿਕਾਂ ਨੂੰ ਮਿਲ ਜਾਂਦੇ ਆ, ਉਹ ਏਰੀਆ ਨੂੰ ਮਿਲ ਜਾਂਦੇ ਜਿਹੜੇ ਉੱਥੋਂ ਦੇ ਮਰੀਜ਼ ਡੀਐਮਸੀ ਜਾਂ ਸੀਐਮਸੀ ਆਉਂਦੇ ਆ, ਲੈ ਕੇ ਉਰੇ ਆਉਂਦੇ ਆ। ਅਤੇ ਪਰ ਇਹ ਗੱਲ ਦਾ ਅੱਜ ਸਾਨੂੰ ਕਿਤੇ ਨਾ ਕਿਤੇ ਲੁਧਿਆਣਾ ਨੂੰ, ਮੈਂ ਤਾਂ ਅੱਜ ਦੀ ਗੱਲ ਕਰਾਂਗਾ, ਨੁਕਸਾਨ ਸਾਨੂੰ ਹੋਇਆ ਏ, ਪਰ ਆਉਣ ਵਾਲੇ ਦਿਨਾਂ 'ਚ
ਇਹ ਸਾਰੇ ਪੋਲੀਟੀਕਲ ਪਾਰਟੀਆਂ ਇਕੱਠੇ ਹੋ ਕੇ ਆਉਣ ਵਾਲੇ ਦਿਨਾਂ 'ਚ ਜਿੱਥੇ ਤੱਕ ਸੈਂਟਰ ਗੌਰਮੈਂਟ ਦੀ ਗੱਲ ਆ ਉੱਥੇ ਮੇਰਾ ਕੰਮ ਆ ਇਹ ਗੱਲ ਕਰਨਾ, ਕੀਤੀ ਵੀ ਆ ਬਹੁਤ ਵਾਰ। ਪਰ ਜਦੋਂ ਸਰਵੇ ਹੁੰਦੇ ਆ, ਗੱਲਾਂ ਹੁੰਦੀਆਂ ਏ, ਤੇ ਉਹ ਕਹਿ ਦਿੰਦੇ ਆ ਜੀ ਉੱਥੇ CMC ਤੇ DMC ਹਸਪੀਟਲ ਜਾਂ ਹੋਰ ਪ੍ਰਾਈਵੇਟ ਹਸਪੀਟਲ ਬਹੁਤ ਨੇ। ਪਰ ਪ੍ਰਾਈਵੇਟ ਹਸਪੀਟਲ ਨੇ, ਉਹ ਸਾਡਾ ਇਲਾਜ ਲੋਕਾਂ ਦਾ ਮੁਫਤ ਥੋੜ੍ਹੀ ਹੋ ਸਕਦਾ, ਜਾਂ ਉਰਿਓਂ ਰੈਫਰ ਹੋ ਕੇ ਜਾਊਗਾ ਹਰੇਕ ਥੋੜ੍ਹੀ ਆ। ਇਹ ਗੱਲ ਦਾ ਸਾਡਾ ਬਹੁਤ ਵੱਡਾ 100% ਨੁਕਸਾਨ ਹੋ ਰਿਹਾ। ਇਹ ਇਕੱਲਾ ਇਹ ਹਸਪੀਟਲ ਨਹੀਂ ਸਾਂਭ ਸਕਦਾ। ਉਰੇ ਕੋਈ ਵੱਡਾ ਹਸਪੀਟਲ ਜਿਹੜਾ ਇਹ ਸਰਕਾਰੀ, ਚਾਹੇ ਉਹ ਸਟੇਟ ਦਾ ਚਾਹੇ ਉਹ ਸੈਂਟਰ ਗੌਰਮੈਂਟ ਦਾ, ਸਾਨੂੰ ਲਿਆਉਣਾ ਪਏਗਾ। ਉਹ 'ਚ ਮੇਰੀ ਵੀ ਉਨੀ ਓ ਜ਼ਿੰਮੇਵਾਰੀ ਆ ਅਤੇ ਬਾਕੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਆ। ਉਹ ਇਹ 'ਚ ਕੋਈ ਵੀ ਬਹਾਨਾ ਜਿਹੜਾ ਚੱਲ ਨਹੀਂ ਸਕਦਾ। ਉਹ ਹੁਣ ਸਾਨੂੰ ਪਤਾ ਲੱਗਦਾ ਵੀ ਇਹ ਤਕਲੀਫਾਂ ਸਾਡੇ ਸਾਹਮਣੇ ਜਦੋਂ ਆ ਰਹੀਆਂ, ਕਿਵੇਂ ਆਉਣ ਵਾਲੇ ਦਿਨਾਂ ਚਲੋ ਜਿਹੜੀ ਹੁਣ ਟੈਂਪਰੇਰੀ ਗੱਲ ਆ, ਉਹ ਜਲਦੀ ਤੋਂ ਜਲਦੀ ਸਾਡੀ ਕੋਸ਼ਿਸ਼ ਆ ਬਈ ਗੱਲ ਕਰਕੇ ਇਹ ਜਿਹੜਾ ਲੈਵਲ 3 ਆ ਉਹ ਲੁਧਿਆਣੇ 'ਚ ਦਿੱਤਾ ਜਾਵੇ। ਇਹ ਜਾਂ CMC ਜਾਂ DMC, ਉਹ ਚਲੋ ਚੀਫ ਸੈਕਟਰੀ ਤੇ CM ਸਾਹਿਬ ਨਾਲ ਗੱਲ ਕਰਾਂਗੇ। ਇੱਕ ਮੈਂ ਖਾਸ ਤੌਰ 'ਤੇ ਡਾਕਟਰ ਅਰੁਣ ਜੀ ਅਤੇ ਮੈਡਮ ਅਮਨਪ੍ਰੀਤ ਜਿਹੜੇ ਨੇ ਲਗਾਤਾਰ, ਇਹ 3 ਡਾਕਟਰ ਨੇ ਜਿਹੜੇ, ਉਹਨਾਂ ਦੇ ਮੈਂ ਨਾਂ ਅੱਗੇ ਵੀ ਉਹਨਾਂ ਦਾ ਧੰਨਵਾਦ ਕੀਤਾ ਇਹ ਕਰਾਂਗਾ, ਜਿਹੜੇ ਅੰਦਰ ਮੈਡੀਸਨ ਦੇ ਡਾਕਟਰ ਨੇ, ਜਿਹੜੇ ਤਕਰੀਬਨ 3-4 ਜਣੇ ਜਿਹੜੇ ਲਗਾਤਾਰ ਜਿੱਦਾਂ ਦਾ ਕਰੋਨਾ ਹੋਇਆ ਹੈ, ਉਹਨਾਂ ਦਾ ਥੱਲੇ ਸਟਾਫ ਸਾਰਾ ਹੀ MBBS ਜਿਹੜੇ ਬੱਚੇ ਉਹਦੀ ਜਿਹੜੀ ਸਿੱਖਿਆ ਟ੍ਰੇਨਿੰਗ ਲੈ ਰਹੇ ਆ ਆਪਣੀ, ਉਹ ਅਤੇ ਸਾਰਾ ਸਟਾਫ 3 ਕਲਾਸ ਸਟਾਫ 4th ਕਲਾਸ ਆ, ਬਹੁਤ ਮਿਹਨਤ ਕਰਕੇ ਲੁਧਿਆਣਾ, ਅਤੇ ਅੱਗੇ ਵੀ ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇਵੇ ਵੀ ਉਹ ਵੱਧ ਤੋਂ ਵੱਧ ਜਿਹੜਾ ਹੈ ਉਹ ਸੇਵਾ ਜਿਹੜੀ ਆਪਣੀ ਦੇ ਰਹੇ ਆ ਕਰਨਗੇ। ਕਿਉਂਕਿ ਦੇਖੋ ਜਦੋਂ ਆਪਾਂ ਨੂੰ ਇੱਕ ਪੇਸ਼ੈਂਟ ਦਾ ਲੱਗਦਾ ਵੀ ਆਪਾਂ ਘਰੋਂ ਬਾਹਰ ਕੱਢ ਕੇ ਇਹਨੂੰ ਛੱਡ ਆਈਏ ਕਿਤੇ ਸਾਨੂੰ ਨਾ ਹੋ ਜੇ, ਤਾਂ ਇਹ ਵੀ ਧੰਨ ਨੇ ਜਿਹੜੇ ਹਰ ਪੇਸ਼ੈਂਟ ਨੂੰ ਉਰਿਓਂ ਠੀਕ ਕਰਕੇ ਤੰਦਰੁਸਤ ਕਰਕੇ ਜਿਹੜਾ ਭੇਜ ਰਹੇ ਆ। ਤਾਂ ਇਸੇ ਕਰਕੇ ਜਿਹੜੇ ਡੈਥ ਰੇਟ ਆ ਆਪਣੇ ਪੰਜਾਬ 'ਚ ਅਤੇ ਹਿੰਦੁਸਤਾਨ 'ਚ ਬਹੁਤ ਜਿਹੜੀ ਉਹ ਘੱਟ ਆ, ਕਿਉਂਕਿ ਅਸੀਂ ਕੇਅਰ ਕਰਦੇ ਹਾਂ, ਸੇਵਾ ਕਰਦੇ ਹਾਂ। ਅਤੇ ਜਿਹੜੀਆਂ ਤੁਸੀਂ 1-2 ਗੱਲਾਂ ਅੱਗੇ ਕਹੀਆਂ ਸੀ, ਉਹ ਕਿਸੇ ਦਾ ਜੀਅ ਨਹੀਂ ਕਰਦਾ ਵੀ ਰਿਪੋਰਟ ਪੋਜ਼ੀਟਿਵ ਜਾਂ ਨੈਗੇਟਿਵ ਦੇ ਵਿੱਚ ਕੋਈ ਵੀ ਗਲਤੀ ਹੋਵੇ, ਪਰ ਉਹ ਏਰਰ ਆ ਜਿਹੜਾ ਉਹ ਮੈਂ ਤੁਹਾਡੇ ਤੋਂ ਮੰਨਦਾ ਹਾਂ ਵੀ ਉਹ ਇਨਸਾਨੀ ਗਲਤੀ, ਕਿਉਂਕਿ ਇਸ ਮਹਾਂਮਾਰੀ 'ਚ ਇਹ ਕਈ ਵਾਰ ਕਿਉਂਕਿ ਕੰਪਿਊਟਰ 'ਤੇ ਜਾਂ ਲਿਖਣ ਦੇ ਵਿੱਚ ਕਲੈਰੀਕਲ ਮਿਸਟੇਕ, ਕਿਉਂਕਿ ਦੇਖੋ ਜੇ ਪਟਿਆਲੇ ਦੀ ਗੱਲ ਕਰਾਂ, ਪਟਿਆਲਾ, ਸੰਗਰੂਰ, ਬਰਨਾਲਾ, ਪਟਿਆਲਾ ਖੁਦ ਇਹ ਬਹੁਤ ਬੜੇ ਨੇ। ਅਤੇ ਆਉਣ ਵਾਲੇ ਦਿਨਾਂ 'ਚ ਇੱਕ ਮੈਂ ਹੁਣੀ 15 ਤਰੀਕ ਨੂੰ ਸਾਡੀ ਮੀਟਿੰਗ ਸੀਗੀ ਹੋਮ ਦੀ, ਕਿਉਂਕਿ ਹੋਮ ਕਮੇਟੀ ਜਿਹੜਾ ਇਹ ਸਾਰਾ ਕੰਮ ਆ ਜਿਹੜਾ ਅਮਿਤ ਸ਼ਾਹ ਜੀ ਅਤੇ ਉਹਨਾਂ ਦੇ ਮਹਿਕਮੇ ਨੇ ਦੇਖ ਰਹੇ ਆ। ਕੁੱਲ ਤੁਸੀਂ ਹੈਰਾਨ ਹੋ ਜਾਓਗੇ, PGI ਸਭ ਤੋਂ ਵੱਡਾ ਹਸਪੀਟਲ ਆ ਸਾਡਾ ਹਰਿਆਣੇ ਦਾ, ਜੰਮੂ ਕਸ਼ਮੀਰ, ਹਿਮਾਚਲ, ਪੰਜਾਬ ਅਤੇ ਚੰਡੀਗੜ੍ਹ। ਹਰਿਆਣਾ ਨੂੰ ਸਾਂਭਦਾ। ਕੁੱਲ ਟੈਸਟ ਦੀ ਗਿਣਤੀ ਉੱਥੇ ਪਤਾ ਕਿੰਨੀ? ਆਪਣੇ ਲੁਧਿਆਣੇ ਇਕੱਲੇ 'ਚ 1000 ਦੀ ਆ। ਉਹ PGI ਕੁੱਲ 800 ਟੈਸਟ ਕਰਦਾ ਹੈ। ਕੁੱਲ 60-70 ਕੇਸ ਨੇ ਜਿਹੜੇ ਉਹ ਸਾਡੇ ਪੰਜਾਬ ਦੇ ਲੈਂਦਾ, ਕਿਉਂਕਿ ਹਰ ਸਟੇਟ ਤੋਂ ਉਹਨਾਂ ਨੇ ਲੈਣੇ ਨੇ। ਅਤੇ ਇਸ ਕਰਕੇ ਉਹਨਾਂ ਨੂੰ ਮੀਟਿੰਗ 'ਚ ਕਿਹਾ ਵੀ ਘੱਟੋ ਘੱਟ 5 ਤੋਂ 6000 ਕਪੈਸਿਟੀ ਜਿਹੜੀ ਆਪਣੀ PGI ਕਰੋ। ਉਹਨਾਂ ਨੇ ਇਹ ਵਾਅਦਾ ਕੀਤਾ ਉਹ ਕਰਨਗੇ। ਸਰ ਇਸ ਤੋਂ ਇਲਾਵਾ ਸਿਆਸਤ ਦੇ ਨਾਲ ਜੁੜਿਆ ਸਵਾਲ ਹੈ, ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਲੁਧਿਆਣੇ 'ਚ ਬੈਠਕ ਕਰਕੇ ਗਏ ਸੀ, ਕਿਉਂਕਿ ਸਰਕਾਰ ਨੇ ਕਿਹਾ ਹੈ ਕਿ 4 ਤੋਂ 5 ਬੰਦਿਆਂ ਤੋਂ ਵੱਧ ਜਿਹੜਾ ਮੀਟਿੰਗ ਦੇ ਵਿੱਚ ਇਕੱਠ ਨਾ ਕੀਤਾ ਜਾਵੇ, ਪਰ ਵੱਡੀ ਗਿਣਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੀਡਰ ਇਕੱਠ ਕਰ ਲੈਂਦੇ ਨੇ, ਉਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਚਾਹੇ ਉਹ ਮੈਂ ਵੀ ਪਹਿਲਾਂ ਮੈਂ ਸਭ ਤੋਂ ਆਪਣੇ ਆਪ ਨੂੰ ਇਹ ਗੱਲ ਲਾਗੂ ਕਰੂੰਗਾ। ਅੱਜ ਦੇਖੋ ਸਿਆਸੀ ਕੰਮ ਚੱਲਦੇ ਰਹਿਣੇ ਆ, ਸਿਆਸੀ ਰੋਪਬਾਜ਼ੀ ਚੱਲਦੀ ਰਹਿਣੀ ਆ। ਅੱਜ ਲੋਕਾਂ ਨੂੰ ਬਚਾਉਣ ਦੀ ਲੋੜ ਆ। ਲੋਕਾਂ ਦੇ ਕੋਲ ਆ ਇਹ ਫਿਰ ਕਈ ਕਹੂਗਣਗੇ ਜੀ ਇਹ ਤਾਂ ਫੀਲਡ 'ਚੋਂ ਪਰੇ ਹੋਣ ਦੀ ਗੱਲ ਕਰਦੇ ਆ। ਜਦੋਂ ਲੀਡਰ ਨਿਕਲਦੇ ਆ ਅਤੇ ਨਾਲ ਬੰਦਿਆਂ ਦੀ ਮਜਬੂਰੀ ਆ। ਉਹ ਜੇ ਤੁਸੀਂ ਕਿਸੇ ਪਿੰਡ 'ਚ ਕਿਸੇ ਸ਼ਹਿਰ ਰਿਵਾਰਡ 'ਚ ਜਾਂਦੇ ਹੋ ਤਾਂ ਬਹੁਤ ਵਾਰ ਬੰਦੇ ਤੁਹਾਨੂੰ ਦੇਖ ਕੇ ਆਉਂਦੇ ਆ ਵੀ ਜੇ ਸਾਡਾ ਲੀਡਰ ਆਇਆ ਤਾਂ ਅਸੀਂ ਜਾਈਏ। ਇਸ ਕਰਕੇ ਇਹ ਬਹੁਤ ਵੱਡੀ ਕੁਤਾਹੀ ਆ। ਆਉਣ ਵਾਲੇ ਦਿਨਾਂ 'ਚ ਸਤੰਬਰ ਤੱਕ, ਉਦੋਂ ਬਾਅਦ ਸਿਆਲ ਆ ਜਾਏਗਾ, ਥੋੜ੍ਹੇ ਨੰਬਰ ਘਟਣਗੇ, ਪਰ ਜਿੰਨਾ ਚਿਰ ਇਹ ਮੌਸਮ ਆ ਪੋਲੀਟੀਕਲ ਬੰਦੇ ਆਪਣਾ ਮੈਸੇਜ WhatsApp ਰਾਹੀਂ, ਆਪਣਾ ਮੈਸੇਜ Facebook ਰਾਹੀਂ ਦੇਣ, ਆਪਣਾ ਮੈਸੇਜ ਕਿਵੇਂ ਵੀ ਦੇਣ, ਟੈਲੀਫੋਨ ਰਾਹੀਂ ਦੇਣ, ਪਰ ਰੱਬ ਦੇ ਵਾਸਤੇ ਆਪਣੀ ਜ਼ਿੰਦਗੀ ਦੀ ਨਹੀਂ। ਇਹ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਨੂੰ ਵੀ ਹੋ ਗਿਆ, ਇਹ ਕਿਸੇ ਨੂੰ ਦੇਖ ਕੇ ਹੁੰਦਾ ਹੈ। ਕਿੰਨੇ ਮੰਤਰੀਆਂ ਨੂੰ MLA ਨੂੰ ਹੋ ਗਿਆ। ਇਸ ਕਰਕੇ ਆਪਣੇ ਮੰਤਰੀ ਜੀ ਨੂੰ ਹੋਇਆ, ਤ੍ਰਿਪਤਿੰਦਰ ਬਾਜਵਾ ਜੀ ਨੂੰ, MLA ਨੂੰ ਕਿੰਨਿਆਂ ਨੂੰ ਹੋਇਆ। ਇਹ 'ਚ MLA ਮੰਤਰੀਆਂ ਨੂੰ ਹੋ ਜੇ ਕੋਈ ਗੱਲ ਨਹੀਂ, ਪਰ ਜਦੋਂ ਜਿਹੜੇ ਨਾਲ ਲੋਕ ਆਉਂਦੇ ਆ ਉਹਨਾਂ ਨੂੰ ਹੋ ਗਿਆ। ਉਹਨਾਂ ਦੇ ਹਾਲਾਤ ਨੇ। ਤੁਸੀਂ ਤਾਂ ਮੰਤਰੀ ਹੋ, ਤੁਸੀਂ ਤਾਂ CM ਹੋ, ਤੁਹਾਡਾ ਤਾਂ ਖਿਆਲ ਵੀ ਰੱਖਿਆ ਜਾਊਗਾ। ਤੁਸੀਂ ਤਾਂ MLA MP ਹੋ, ਤੁਹਾਡਾ ਤਾਂ ਖਿਆਲ ਵੀ ਰੱਖਿਆ ਜਾਊਗਾ।
ਆਮ ਬੰਦੇ ਨੂੰ ਕਿ ਨਾ ਆਪਾਂ ਪਰੇਸ਼ਾਨ ਕਰੀਏ। ब्यूरो रिपोर्ट जनहितेशी।